ਪੰਜਾਬ ਭਾਜਪਾ ਤਾਂ ਇੱਥੋਂ ਤੱਕ ਵੀ ਕਹਿ ਕੇ ਕਹਿੰਦੇ ਕਿ ਸਿੱਧੇ ਤੌਰ ਤੇ ਇਹ ਵੀ ਲੱਗਦਾ ਕਿ ਕੁਝ ਸਮਾਂ ਹੀ ਹੈ ਭਗਵੰਤ ਮਾਨ ਦਾ, ਹੋ ਸਕਦਾ ਭਗਵੰਤ ਮਾਨ ਨੂੰ ਵੀ ਚੇਂਜ ਕਰ। ਦੇਖੋ ਗੱਲ ਇਹ ਆ ਕਿ ਤੁਸੀਂ ਦੇਖਿਆ ਹੀ ਉਹਨਾਂ ਦਾ ਕੇਜਰੀਵਾਲ ਦੀ ਪਾਰਟੀ ਕੋ ਡੈਮੋਕ੍ਰੈਟਿਕ ਪਾਰਟੀ ਥੋੜ੍ਹਾ ਕਲਟ ਆ। ਇੱਕ ਰੱਬ ਪੈਦਾ ਕੀਤਾ ਹੋ ਉਹਨਾਂ ਨੇ ਆਪਣੇ ਵਾਸਤੇ ਕੇਜਰੀਵਾਲ ਦੇ ਨਾਮ ਦੇ ਉੱਤੇ। ਦੇਖੋ ਮੁੱਦਾ ਬਹੁਤ ਇੰਪੋਰਟੈਂਟ ਆ, ਬੰਦੀ ਸਿੰਘਾਂ ਦੀ ਰਿਹਾਈ ਇਜ਼ ਅਟਮੋਸਟ ਇੰਪੋਰਟੈਂਟ, ਲੇਕਿਨ ਇਹਨਾਂ ਦੇ ਮੂੰਹੋਂ ਨਹੀਂ ਸ਼ੋਭਦਾ। ਪਰ ਐਮਐਸਪੀ ਨੂੰ ਲੈ ਕੇ ਜਿਹੜੀ ਸਭ ਤੋਂ ਵੱਡੀ ਲੜਾਈ ਲੜੀ ਗਈ ਉਹਦੇ ਵਿੱਚ ਹੀ ਕੇਂਦਰ ਸਰਕਾਰ ਬੈਕ ਆਫ ਕਰਕੇ ਇਸ ਵੇਲੇ ਵੱਡੇ ਤੌਰ ਤੇ ਕਹਿ ਦਿੱਤਾ ਗਿਆ ਕਿ ਅਸੀਂ ਤਾਂ ਵਾਅਦਾ ਹੀ ਨਹੀਂ ਕੀਤਾ। ਬੜਾ ਕੋਝਾ ਮਜ਼ਾਕ ਕੀਤਾ ਕੇਂਦਰ ਸਰਕਾਰ ਨੇ। ਐਡਾ ਵੱਡਾ ਅੰਦੋਲਨ ਹੋਇਆ, ਉਹਦੇ ਅੰਦੋਲਨ ਦੀ ਪ੍ਰਮੁੱਖ ਸ਼ਰਤ ਸੀਗੀ 1 ਸਾਲ ਟਪਾਤਾ, 1 ਸਾਲ ਬਾਅਦ ਬਣਾਈ ਤਾਂ ਬੋਗਸ ਬਣਾਈ, ਝੂਠੀ ਬਣਾਈ, ਫਾਰਸਿਕਲ ਬਣਾਈ, ਨਾਨ ਰਿਪਰੈਜ਼ੈਂਟੇਟਿਵ ਇਨ ਕੈਰੈਕਟਰ ਆ। ਸਾਰੇ ਉਹ ਬਣਾਤੇ ਮੈਂਬਰ ਜਿਹੜੇ ਫਰਜ਼ੀ ਕਿਸਾਨ ਆਗੂ, ਇਹਦੇ ਸਪੋਰਟਰ ਸੀ ਕਾਲੇ ਕਾਨੂੰਨਾਂ ਦੇ। ਜਿਹੜੇ ਐਸਕੇਐਮ ਦੇ ਲੋਕੀ ਲੀਡਰ ਲੜੇ, ਉਹ ਸਾਰੇ ਕਮੇਟੀ ਚੋਂ ਬਾਹਰ ਕਰ ਦਿੱਤੇ। ਉਹਨਾਂ ਨੂੰ ਕਿਹਾ 26 ਮੈਂਬਰਾਂ ਤੋਂ ਤੁਸੀਂ 3 ਨਾਮ ਦੇ ਦਿਓ। ਇਹਦਾ ਮਤਲਬ ਉਹਨਾਂ ਦੀ ਕੋਈ ਆਵਾਜ਼ ਹੀ ਨਹੀਂ ਪਹੁੰਚਣੀ ਸੀ। ਇਸ ਕਰਕੇ ਜਿਹੜਾ ਐਸਕੇਐਮ ਨੇ ਇਸ ਕਮੇਟੀ ਨੂੰ ਬਾਇਕਾਟ ਕੀਤਾ, ਉਹ ਬਿਲਕੁਲ ਠੀਕ ਕੀਤਾ। ਕਾਂਗਰਸ ਪਾਰਟੀ ਇਸ ਕਮੇਟੀ ਨੂੰ ਮੁੱਢੋਂ ਰਿਜੈਕਟ ਕਰਦੀ ਆ, ਨਕਾਰਦੀ ਆ। ਔਰ ਜਿਹੜਾ ਅਫਸਰ ਲਾਇਆ ਸੰਜੇ ਅਗਰਵਾਲ, ਕਿਸੇ ਅਫਸਰ ਨੂੰ ਕੀ ਪਤਾ ਖੇਤੀ ਕੀ ਹੁੰਦੀ ਹੈ? ਇਹ ਤਾਂ ਆਪਣੇ ਏਸੀ ਕਮਰਿਆਂ ਚੋਂ ਕਦੀ ਬਾਹਰ ਨਿਕਲੇ ਹੀ ਨਹੀਂ ਗਏ ਜਾ ਕੇ। ਇਹਨਾਂ ਨੂੰ ਕਿਸੇ ਖੇਤ ਮਜ਼ਦੂਰ ਦਾ ਦੁੱਖ ਨਹੀਂ ਪਤਾ। ਇਹਨਾਂ ਨੂੰ ਜਿਹੜੇ ਆਤਮ ਹੱਤਿਆ ਕਰ ਰਹੇ ਕਿਸਾਨ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੁਝ ਨਹੀਂ ਪਤਾ। ਪੰਜਾਬ ਨੂੰ ਨੁਮਾਇੰਦਗੀ ਨਹੀਂ ਦਿੱਤੀ। ਸਭ ਤੋਂ ਇੰਪੋਰਟੈਂਟ ਐਗਰੀਰੀਅਨ ਸਟੇਟ ਹੈ ਇੰਡੀਆ ਦੀ, ਸਾਡਾ ਰਿਪਰੈਜ਼ੈਂਟੇਟਿਵ ਵੀ ਹੈ ਨਹੀਂ ਕੋਈ ਵੀ। ਪੰਜਾਬ ਦਾ ਵੀ ਜ਼ਿਕਰ ਨਹੀਂ, ਹਰਿਆਣਾ ਦਾ ਜ਼ਿਕਰ ਨਹੀਂ, ਉੱਤਰਾਖੰਡ ਦਾ ਜ਼ਿਕਰ ਨਹੀਂ। ਜਿਹੜੇ ਅਸਲ ਖੇਤੀ ਦੇ ਸੂਬੇ ਨੇ ਉਹਨਾਂ ਨੂੰ ਬੁਲਾਇਆ ਹੀ ਨਹੀਂਗਾ। ਉੱਥੇ ਹੀ ਬਹਿ ਕੇ ਆਪਸ ਵਿੱਚ ਰਾਏ ਮਸ਼ਵਰਾ ਕਰਕੇ ਜਿਹੜੀ ਮੈਨੂੰ ਲੱਗਦਾ ਇਹਦਾ ਇਸ ਕਮੇਟੀ ਦਾ ਹਿਡਨ ਏਜੰਡਾ ਵਾ ਕਿ ਆਪਾਂ ਐਮਐਸਪੀ ਤੋਂ ਪਿੱਛੇ ਹਟ ਜਾਓ, ਮੁੱਕਰ ਜਾਓ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਵੱਖ-ਵੱਖ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ, ਪਰ ਲੋਕ ਸਭਾ ਦੀ ਕਿਉਂਕਿ ਇਸ ਵੇਲੇ ਮੌਨਸੂਨ ਸੈਸ਼ਨ ਚੱਲ ਰਿਹਾ ਤੇ ਉੱਥੇ ਵੀ ਬਹੁਤ ਸਾਰੀਆਂ ਚਰਚਾਵਾਂ ਛੜੀਆਂ ਹੋਈਆਂ ਨੇ। ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਨੇ। ਸਭ ਤੋਂ ਵੱਡੀ ਚਰਚਾ ਐਮਐਸਪੀ ਨੂੰ ਲੈ ਕੇ ਹੈ ਕਿਉਂਕਿ ਕਮੇਟੀ ਜਿਹੜੀ ਗਠਿਤ ਕੀਤੀ ਗਈ ਉਹਨੇ ਬਹੁਤ ਵੱਡੇ ਸਵਾਲ ਖੜੇ ਕੀਤੇ। ਖਹਿਰਾ ਸਾਹਿਬ ਸਾਡੇ ਨਾਲ ਨੇ। ਖਹਿਰਾ ਸਾਹਿਬ, ਜ਼ਿੰਮੇਵਾਰੀਆਂ ਤੁਹਾਨੂੰ ਕਾਂਗਰਸ ਨੇ ਦਿੱਤੀਆਂ, ਸਿੱਧੇ ਤੌਰ ਤੇ ਕਿਸਾਨੀ ਨੂੰ ਲੈ ਕੇ ਤੁਹਾਡੀ ਇੱਕ ਵੱਡੀ ਜ਼ਿੰਮੇਵਾਰੀ ਲਾਈ ਗਈ ਹੈ, ਪਰ ਐਮਐਸਪੀ ਨੂੰ ਲੈ ਕੇ ਜਿਹੜੀ ਸਭ ਤੋਂ ਵੱਡੀ ਲੜਾਈ ਲੜੀ ਗਈ ਉਹਦੇ ਵਿੱਚ ਹੀ ਕੇਂਦਰ ਸਰਕਾਰ ਬੈਕ ਆਫ ਕਰ ਗਈ। ਇਸ ਵੇਲੇ ਵੱਡੇ ਤੌਰ ਤੇ ਕਹਿ ਦਿੱਤਾ ਗਿਆ ਕਿ ਅਸੀਂ ਤਾਂ ਵਾਅਦਾ ਹੀ ਨਹੀਂ ਕੀਤਾ। ਬੜਾ ਕੋਝਾ ਮਜ਼ਾਕ ਕੀਤਾ ਕੇਂਦਰ ਸਰਕਾਰ ਨੇ। ਐਡਾ ਵੱਡਾ ਅੰਦੋਲਨ ਹੋਇਆ, ਉਹਦੇ ਅੰਦੋਲਨ ਦੀ ਪ੍ਰਮੁੱਖ ਸ਼ਰਤ ਸੀਗੀ ਕਿ ਮਿਨੀਮਮ ਸਪੋਰਟ ਪ੍ਰਾਈਸ ਗਾਰੰਟੀ ਕੀਤੀ ਜਾਊਗੀ ਔਰ ਇਹਦੀ ਕਮੇਟੀ ਬਣਾਈ ਜਾਊਗੀ। 1 ਸਾਲ ਟਪਾਤਾ, 1 ਸਾਲ ਬਾਅਦ ਬਣਾਈ ਤਾਂ ਬੋਗਸ ਬਣਾਈ, ਝੂਠੀ ਬਣਾਈ, ਫਾਰਸਿਕਲ ਬਣਾਈ, ਨਾਨ ਰਿਪਰੈਜ਼ੈਂਟੇਟਿਵ ਇਨ ਕੈਰੈਕਟਰ ਆ। ਸਾਰੇ ਉਹ ਬਣਾਤੇ ਮੈਂਬਰ ਜਿਹੜੇ ਫਰਜ਼ੀ ਕਿਸਾਨ ਆਗੂ, ਇਹਦੇ ਸਪੋਰਟਰ ਸੀ ਕਾਲੇ ਕਾਨੂੰਨਾਂ ਦੇ, ਉਹ ਮੈਂਬਰ ਬਣਾਤੇ। ਜਿਹੜੇ ਐਸਕੇਐਮ ਦੇ ਲੋਕੀ ਲੀਡਰ ਲੜੇ, ਉਹ ਸਾਰੇ ਕਮੇਟੀ ਚੋਂ ਬਾਹਰ ਕਰ ਦਿੱਤੇ। ਉਹਨਾਂ ਨੂੰ ਕਿਹਾ 26 ਮੈਂਬਰਾਂ ਤੋਂ ਤੁਸੀਂ 3 ਨਾਮ ਦੇ ਦਿਓ। ਇਹਦਾ ਮਤਲਬ ਉਹਨਾਂ ਦੀ ਕੋਈ ਆਵਾਜ਼ ਹੀ ਨਹੀਂ ਪਹੁੰਚਣੀ ਸੀ। ਇਸ ਕਰਕੇ ਜਿਹੜਾ ਐਸਕੇਐਮ ਨੇ ਇਸ ਕਮੇਟੀ ਨੂੰ ਬਾਇਕਾਟ ਕੀਤਾ, ਉਹ ਬਿਲਕੁਲ ਠੀਕ ਕੀਤਾ। ਕਾਂਗਰਸ ਪਾਰਟੀ ਇਸ ਕਮੇਟੀ ਨੂੰ ਮੁੱਢੋਂ ਰਿਜੈਕਟ ਕਰਦੀ ਆ, ਨਕਾਰਦੀ ਆ ਔਰ ਇਹਨੂੰ ਬੋਗਸ ਕਰਾਰ ਦਿੰਦੀ ਆ। ਔਰ ਜਿਹੜਾ ਅਫਸਰ ਲਾਇਆ ਸੰਜੇ ਅਗਰਵਾਲ, ਕਿਸੇ ਅਫਸਰ ਨੂੰ ਕੀ ਪਤਾ ਖੇਤੀ ਕੀ ਹੁੰਦੀ ਹੈ? ਇਹ ਤਾਂ ਆਪਣੇ ਏਸੀ ਕਮਰਿਆਂ ਚੋਂ ਕਦੀ ਬਾਹਰ ਨਿਕਲੇ ਹੀ ਨਹੀਂ ਗਏ ਜਾ ਕੇ। ਇਹਨਾਂ ਨੂੰ ਕਿਸੇ ਖੇਤ ਮਜ਼ਦੂਰ ਦਾ ਦੁੱਖ ਨਹੀਂ ਪਤਾ। ਇਹਨਾਂ ਨੂੰ ਜਿਹੜੇ ਆਤਮ ਹੱਤਿਆ ਕਰ ਰਹੇ ਕਿਸਾਨ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੁਝ ਨਹੀਂ ਪਤਾ। ਪੰਜਾਬ ਨੂੰ ਨੁਮਾਇੰਦਗੀ ਨਹੀਂ ਦਿੱਤੀ। ਸਭ ਤੋਂ ਇੰਪੋਰਟੈਂਟ ਐਗਰੀਰੀਅਨ ਸਟੇਟ ਹੈ ਇੰਡੀਆ ਦੀ, ਸਾਡਾ ਰਿਪਰੈਜ਼ੈਂਟੇਟਿਵ ਵੀ ਹੈ ਨਹੀਂ ਕੋਈ ਵੀ। ਪੰਜਾਬ ਦਾ ਵੀ ਜ਼ਿਕਰ ਨਹੀਂ, ਹਰਿਆਣਾ ਦਾ ਜ਼ਿਕਰ ਨਹੀਂ, ਉੱਤਰਾਖੰਡ ਦਾ ਜ਼ਿਕਰ ਨਹੀਂ। ਜਿਹੜੇ ਅਸਲ ਖੇਤੀ ਦੇ ਸੂਬੇ ਨੇ ਉਹਨਾਂ ਨੂੰ ਬੁਲਾਇਆ ਹੀ ਨਹੀਂਗਾ। ਅਸਲ ਵਿੱਚ ਕਹਾਣੀ ਹੈ ਕਿ ਜਿਹੜੇ ਦਿੱਲੀ ਦੇ ਏਸੀ ਕਮਰਿਆਂ 'ਚ ਬੈਠੇ ਨੇ ਨਾ, ਇਹ ਬਾਬੂ ਲੋਕ, ਇਹਨਾਂ ਨੂੰ ਉੱਦਾਂ ਹੀ ਆਪਣੇ ਦੇਸ਼ ਦੇ ਬਾਰੇ ਬਹੁਤ ਜ਼ਿਆਦਾ ਕੋਈ ਪਤਾ ਹੀ ਨਹੀਂਗਾ, ਇਲਮ ਹੀ ਨਹੀਂਗਾ। ਉੱਥੇ ਹੀ ਬਹਿ ਕੇ ਆਪਸ ਵਿੱਚ ਰਾਏ ਮਸ਼ਵਰਾ ਕਰਕੇ ਜਿਹੜੀ ਮੈਨੂੰ ਲੱਗਦਾ ਇਹਦਾ ਇਸ ਕਮੇਟੀ ਦਾ ਹਿਡਨ ਏਜੰਡਾ ਵਾ ਕਿ ਆਪਾਂ ਐਮਐਸਪੀ ਤੋਂ ਪਿੱਛੇ ਹਟ ਜਾਓ, ਮੁੱਕਰ ਜਾਓ। ਇਹ ਬਣਾ ਲੈਣਗੇ ਕੋਈ ਬਹਾਨਾ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਿੱਚ ਫਲਾਂ ਐਗਰੀਮੈਂਟਸ ਹੋਏ ਨੇ ਜੀ, ਇੰਟਰਨੈਸ਼ਨਲ ਸਾਨੂੰ ਇਹ ਸਪੋਰਟ ਕਰਨਾ ਬੜਾ ਮੁਸ਼ਕਲ ਹੋਵੇਗਾ। ਫੂਡ ਗ੍ਰੇਨ ਜਿਹੜਾ ਕੋਈ ਨਾ ਕੋਈ ਬਹਾਨੇ ਘੜ ਕੇ ਐਮਐਸਪੀ ਤੋਂ ਭੱਜਣਾ ਚਾਹੁੰਦੇ ਨੇ, ਜਿਹੜੀ ਕਿ ਇਸ ਦੇਸ਼ ਦੀ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਹੋਵੇਗੀ। ਤੁਸੀਂ ਜ਼ਿਕਰ ਕਰ ਰਹੇ ਸੀ ਅੱਜ ਪ੍ਰੈਸ ਵਾਰਤਾ ਦੇ ਵਿੱਚ ਵੀ ਕਿ ਪੰਜਾਬ ਦੇ ਵਿੱਚ ਵੀ ਹਾਲਾਤ ਕੋਈ ਚੰਗੇ ਨਹੀਂ ਹੈਗੇ ਕਿਉਂਕਿ ਜਦੋਂ ਖੇਤੀ ਕਰਨੀ ਹੈ ਤਾਂ ਖੇਤੀ ਦਾ ਮੁੱਢ ਹੁੰਦਾ ਬੀਜ, ਤੇ ਬੀਜ ਦੇ ਵਿੱਚ ਵੱਡੇ ਪੱਧਰ ਤੇ ਘੁਟਾਲੇ ਪਿਛਲੇ ਸਰਕਾਰਾਂ ਸਮੇਂ ਵੀ ਰਹੇ। ਦੋ ਗੱਲਾਂ ਕਹਿਣੀਆਂ। ਕੱਲ ਮੈਂ ਲੁਧਿਆਣੇ ਗਿਆ ਸੀਗਾ ਤੇ ਮੈਂ ਤਾਂ ਹੈਰਾਨ ਹੋ ਗਿਆ ਕਿ ਪਹਿਲੀ ਗੱਲ ਤਾਂ ਕਿ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੀ ਹੈ ਨਹੀਂਗਾ। ਉੱਥੇ ਵੀ ਇੱਕ ਆਈਐਸ ਅਫਸਰ ਬਿਠਾਇਆ ਵਾ। ਹੁਣ ਆਈਐਸ ਅਫਸਰ ਨੂੰ ਕਿੰਨਾ ਇਲਮ ਹੋ ਸਕਦਾ ਖੇਤੀ ਦੇ ਬਾਰੇ, ਰਿਸਰਚ ਬਾਰੇ? ਮੇਰੀ ਭਗਵੰਤ ਸਿੰਘ ਮਾਨ ਨੂੰ ਇੰਪੋਰਟੈਂਟ ਸੁਨੇਹਾ ਵਾ, ਰਿਕੁਐਸਟ ਹੈ ਕਿ ਉੱਥੇ ਵਾਈਸ ਚਾਂਸਲਰ ਲਾਓ, ਕੋਈ ਐਮੀਨੈਂਟ ਫਾਰਮ ਸਾਇੰਟਿਸਟ ਲਾਓ ਜਿਹੜਾ ਇਸ ਖੇਤੀ ਨੂੰ ਸਮਝਾ, ਰਿਸਰਚ ਕਰਨ, ਉਹਨੂੰ ਪੈਸੇ ਦਿਓ।
ਔਰ ਤੁਸੀਂ ਸੀਡ ਦੀ ਗੱਲ ਕੀਤੀ, ਉੱਥੇ ਹੀ ਮੈਨੂੰ ਕਿਸਾਨ ਮਿਲੇ ਲੁਧਿਆਣਾ ਐਗਰੀਕਲਚਰ, ਮੈਂ ਗੜਵਾਸੂ ਗਿਆ ਸੀਗਾ, ਉਹਨਾਂ ਨੇ ਸਭ ਨੇ ਕੰਪਲੇਂਟ ਕੀਤੀ ਕਿ ਸਾਰੇ ਡੁਪਲੀਕੇਟ ਬੀਜ ਆ ਜੀ, ਬੀਟੀ ਕਾਟਨ ਕਪਾਹ ਤੋਂ ਲੈ ਕੇ ਜਿੰਨੇ ਬੀਜ ਨੇ ਇਹ ਸਾਰੀਆਂ ਦੁਕਾਨਾਂ ਤੇ ਰੈਂਡਮਲੀ ਵਿਕ ਰਹੇ ਨੇ, ਇਹਦੇ ਕੋਈ ਸਰਟੀਫਿਕੇਸ਼ਨ ਹੀ ਹੈ ਨਹੀਂ ਗੀ। ਠੀਕ ਹੈ, ਕੋਈ ISI ਮਾਰਕਾ ਜੋ ਵੀ ਕਹਿੰਦੇ ਹੋਊਗਾ, ਪਰ ਪੰਜਾਬ ਨੂੰ ਇਹਦੇ ਬਾਰੇ ਇੱਕ ਪੁਖਤਾ ਸੀਡ ਪਾਲਿਸੀ ਬਣਾਉਣੀ ਚਾਹੀਦੀ, ਕਿਉਂਕਿ ਇਹ ਸਭ ਤੋਂ ਇੰਪੋਰਟੈਂਟ ਮੁੱਢ ਆ, ਉੱਥੋਂ ਹੀ ਸਾਰਾ ਪੈਦਾਵਾਰ ਹੋਣੀ ਆ। ਜੇ ਚੰਗਾ ਬੀਜ ਹੋਊਗਾ ਤਾਂ ਫਸਲ ਚੰਗੀ ਹੋਵੇਗੀ, ਜਿੱਦਾਂ ਆਪਣੇ ਘਰ ਦੀ ਨੀਂਹ ਚੰਗੀ ਆ ਤੇ ਘਰ ਚੰਗਾ ਵਾ। ਸੀਡ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ, ਔਰ ਸੀਡ ਪਾਲਿਸੀ ਦੇ ਨਾਲ ਨਾਲ ਉਹਦਾ ਅਧਿਕਾਰ ਸਾਰਾ ਐਗਰੀਕਲਚਰ ਯੂਨੀਵਰਸਿਟੀ ਨੂੰ ਦਿੱਤਾ ਜਾਵੇ। ਦੇ ਸ਼ੁੱਡ ਸਰਟੀਫਾਈ ਵਿਚ ਇਜ਼ ਦ ਕਰੈਕਟ ਸੀਡ, ਔਰ ਉਹਨਾਂ ਦਾ ਸਰਟੀਫਾਈਡ ਕੀਤਾ ਹੋਇਆ ਸੀਡ ਹੀ ਕਿਸਾਨਾਂ ਨੂੰ ਦੁਕਾਨਾਂ ਤੇ ਮਿਲਣਾ ਚਾਹੀਦਾ। ਖੈਰ ਸਾਹਿਬ, ਇੱਕ ਬੜੀ ਅਹਿਮ ਚੀਜ਼, ਜਿਵੇਂ MSP ਦਾ ਅਸੀਂ ਜ਼ਿਕਰ ਕਰ ਰਹੇ ਸੀ, ਕਮੇਟੀ ਦਾ ਗਠਨ ਹੋਇਆ, ਸਿੱਧੇ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਕਹਿ ਦਿੱਤਾ ਕਿ ਸਾਡੀ ਮੁਤਾਬਕ ਨਹੀਂ ਹੈਗੀ। ਇੱਥੇ ਨਾਲ ਦੀ ਨਾਲ ਰਾਘਵ ਚੱਡਾ ਦੀ ਵੀਡੀਓ ਬਾਈਟ ਸਾਹਮਣੇ ਆ ਜਾਂਦੀ ਹੈ, ਪਰ ਭਗਵੰਤ ਮਾਨ ਦਾ ਕੋਈ ਬਿਆਨ ਨਹੀਂ ਹੁੰਦਾ। ਅੱਜ ਉਹ ਆਪਣੇ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਇੱਕ ਦਿਨ ਬਾਅਦ। ਲੱਗਦਾ ਕਿ ਸੰਜੀਦਗੀ ਪੰਜਾਬ ਦੇ ਮੁੱਖ ਮੰਤਰੀ ਦੀ ਉਸ ਹਿਸਾਬ ਕਹਾਣੀ ਇਹ ਹੀ ਹੈ ਨਾ ਕਿ ਭਗਵੰਤ ਸਿੰਘ ਮਾਨ ਫਿਰ ਦਿੱਲੀੋਂ ਇਸ਼ਾਰਾ ਉਡੀਕਦੇ ਨੇ, ਇੱਥੋਂ ਇਹੀ ਸਾਬਤ ਹੋਇਆ ਨਾ। ਇਫ ਹੀ ਵਾਸ ਇੰਡੀਪੈਂਡੈਂਟ, the moment MSP ਦੀ ਕਮੇਟੀ ਅਨਾਉਂਸ ਹੋਈ, ਪੰਜਾਬ ਨੂੰ ਨੁਮਾਇੰਦਗੀ ਨਹੀਂ ਦਿੱਤੀ, he should have just come out and condemned this whole attitude। ਪਰ ਰਾਘਵ ਚੱਡੇ ਦਾ ਪਹਿਲਾਂ ਬੋਲਣਾ ਔਰ ਐਗਰੀਕਲਚਰ ਤੇ ਬੋਲਣਾ, ਇਹਦਾ ਮਤਲਬ ਹੈ ਕਿ ਭਗਵੰਤ ਮਾਨ ਸਾਹਿਬ ਦੇ ਹੱਥ ਬੰਨੇ ਹੋਏ ਨੇ। ਇਸ ਤੋਂ ਤਾਂ ਇਹੀ ਸੁਣਿਆ ਸਾਨੂੰ ਨਜ਼ਰ ਆਉਂਦਾ। ਮੈਂ ਭਗਵੰਤ ਮਾਨ ਮੇਰਾ ਭਰਾ ਵਾ, ਅਸੀਂ ਇਕੱਠੇ ਕੰਮ ਕੀਤਾ, ਇਹਨੂੰ ਕਿਸੇ ਦਿਨ ਖੜਾ ਹੋਣਾ ਪਵੇਗਾ ਪੰਜਾਬ ਲਈ। ਜਿੰਨਾ ਇਹ ਉਹਨਾਂ ਦੇ ਸਾਹਮਣੇ ਝੁਕੇਗਾ ਉਹਨਾਂ ਹੋਰ ਝੁਕਾਉਣਗੇ। ਪ੍ਰਤਾਪ ਬਾਜਵਾ ਤਾਂ ਇੱਥੋਂ ਤੱਕ ਵੀ ਕਹਿ ਕੇ ਕਹਿੰਦੇ ਕਿ ਸਿੱਧੇ ਤੌਰ ਤੇ ਇਹ ਵੀ ਲੱਗਦਾ ਕਿ ਕੁਝ ਸਮਾਂ ਹੀ ਹੈ ਭਗਵੰਤ ਮਾਨ ਦਾ, ਹੋ ਸਕਦਾ ਭਗਵੰਤ ਮਾਨ ਨੂੰ ਵੀ ਚੇਂਜ ਕਰ ਦਿੱਤਾ ਜਾਵੇ। ਦੇਖੋ, ਗੱਲ ਇਹ ਆ ਕਿ ਤੁਸੀਂ ਦੇਖਿਆ ਹੀ ਉਹਨਾਂ ਦਾ, ਕੇਜਰੀਵਾਲ ਦੀ ਪਾਰਟੀ ਕੋ ਡੈਮੋਕ੍ਰੈਟਿਕ ਪਾਰਟੀ ਥੋੜ੍ਹਾ ਕਲਟ ਆ, ਇੱਕ ਰੱਬ ਪੈਦਾ ਕੀਤਾ ਹੋ ਉਹਨਾਂ ਨੇ ਆਪਣੇ ਵਾਸਤੇ ਕੇਜਰੀਵਾਲ ਦੇ ਨਾਮ ਦੇ ਉੱਤੇ। ਕੇਜਰੀਵਾਲ ਤੋਂ ਬਾਅਦ ਮੈਨੂੰ ਦੱਸ ਦਿਓ ਕੌਣ ਹੈ ਪਿੱਛੇ ਥੱਲੇ ਪੰਜਾਬ ਦੇ ਵਿੱਚ? ਨੋਬਡੀ ਇੰਡੀਆ 'ਚ। ਸੋ ਦੇਅਰਫੋਰ ਇਹ ਕਲਟ ਵਰਸ਼ਿਪ ਵਾਲੀ ਪਾਰਟੀ ਹੈ, ਔਰ ਇਹ ਬਹੁਤਾ ਕਿਸੇ ਨੂੰ ਗਰੋ ਹੋਣ ਹੀ ਨਹੀਂ ਦਿੰਦਾ। ਮੈਂ ਤੁਹਾਡੇ ਸਾਹਮਣੇ ਖੜਾ, ਮੈਨੂੰ ਲੀਡਰ ਆਫ ਆਪੋਜੀਸ਼ਨ ਲਾਇਆ, ਜਦ ਇਹਨਾਂ ਨੂੰ ਕੋਈ ਹੋਰ ਬਹਾਨਾ ਨਹੀਂ ਮਿਲਿਆ ਤਾਂ ਫਿਰ ਕਹਿੰਦੇ ਜੀ ਅਸੀਂ ਇੱਕ ਦਲਿਤ ਨੂੰ ਬਣਾਉਣਾ ਸੀਗਾ। ਸਮਝ ਗਏ? ਇਹ ਬਹਾਨੇ ਸਾਜ਼ ਨੇ, ਇਹ ਕਿਸੇ ਵੀ ਆਦਮੀ ਦੀ ਲੋਕਪ੍ਰਿਯਤਾ ਨਹੀਂ ਝੱਲ ਸਕਦੇ। ਕੇਜਰੀਵਾਲ ਸਾਹਿਬ ਬਹੁਤ ਛੋਟੇ ਦਿਲ ਦੇ ਬੰਦੇ ਨੇ, ਮੈਂ ਤਾਂ ਕੰਮ ਕੀਤਾ ਉਹਨਾਂ ਦੇ ਨਾਲ। ਛੋਟੇਪੁਰ ਸਾਹਿਬ ਨੂੰ ਪੁੱਛ ਲਿਓ, ਫੁਲਕਾ ਸਾਹਿਬ ਨੂੰ ਪੁੱਛ ਲਵੋ। ਦੇਅਰਫੋਰ ਜਿੱਦਣ ਮਾੜਾ ਜਿਹਾ ਭਗਵੰਤ ਮਾਨ ਨੇ ਦੇਖਿਆ ਉਹਨਾਂ ਨੇ ਕਿ ਇਹ ਸਾਡੇ ਤੋਂ ਬਾਹਰ ਚੱਲਣ ਦੀ ਕੋਸ਼ਿਸ਼ ਕਰ ਰਿਹਾ, ਉਦੋਂ ਲਾ ਕੇ ਪਾਸੇ ਕਰਨਗੇ। ਪਰ ਭਗਵੰਤ ਮਾਨ ਨੂੰ ਇਹ ਕਹਿਣਾ ਕਿ ਉਹ ਤੈਨੂੰ ਲਾਉਣਗੇ, ਅਸੀਂ ਤੇਰੀ ਸਪੋਰਟ ਕਰਾਂਗੇ ਜੇ ਪੰਜਾਬ ਨਾਲ ਖੜੇਗਾ ਤਾਂ। ਆਖਰੀ ਸਵਾਲ, ਜਿਸ ਤਰੀਕੇ ਨਾਲ ਲੋਕ ਸਭਾ ਦਾ ਹੁਣ ਮੌਨਸੂਨ ਇਜਲਾਸ ਚੱਲ ਰਿਹਾ ਹੈਗਾ, ਉਹਨੂੰ ਲੈ ਕੇ ਬੜੀਆਂ ਚਰਚਾਵਾਂ ਨੇ ਕਿ ਪੰਜਾਬ ਦੇ ਵਿੱਚੋਂ ਨੁਮਾਇੰਦਗੇ ਗਏ ਨੇ, ਪਰ ਨਾਲ ਦੀ ਨਾਲ ਇੱਕ ਵੱਡੀ ਚੀਜ਼ ਇਹ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਨਾਲ ਭੁੰਦੜ ਸਾਹਿਬ ਖੜੇ ਸੀਗੇ। ਲੱਗਦਾ ਕਿ ਉਹਨਾਂ ਦੇ ਜ਼ੁਬਾਨ ਤੋਂ ਇਹ ਚੀਜ਼ਾਂ, ਕਿਉਂਕਿ ਉਹਨਾਂ ਦੇ ਭਾਈ ਮੈਂ ਦੇਖੋ, ਮੁੱਦਾ ਬਹੁਤ ਇੰਪੋਰਟੈਂਟ ਆ, ਬੰਦੀ ਸਿੰਘਾਂ ਦੀ ਰਿਹਾਈ ਇਜ਼ ਅਟਮੋਸਟ ਇੰਪੋਰਟੈਂਟ, ਲੇਕਿਨ ਇਹਨਾਂ ਦੇ ਮੂੰਹੋਂ ਨਹੀਂ ਸ਼ੋਭਦਾ। ਇਹ ਉਹੀ ਬਾਦਲ ਸਾਹਿਬ ਦਾ ਪਰਿਵਾਰ ਆ ਜਿਨ੍ਹਾਂ ਨੇ ਆਪਣੇ ਰਾਜ ਵਿੱਚ ਯੁਆਪਾ ਦਾ ਦੁਰਉਪਯੋਗ ਕੀਤਾ, ਬਹੁਤ ਲੋਕਾਂ ਨੂੰ ਬੰਦੀ ਬਣਾਇਆ ਵਾ। ਅਰਵਿੰਦਰ ਸਿੰਘ ਵਰਗੇ ਜਿਹੜੇ ਅੱਜ ਨਵਾਂ ਸ਼ਹਿਰ ਅਦਾਲਤ ਵਿੱਚ ਸਿਰਫ ਲਿਟਰੇਚਰ ਰੱਖਣ ਦੇ ਮਾਮਲੇ ਵਿੱਚ ਉਹਨਾਂ ਨੂੰ ਸਜ਼ਾ ਕਰਾਤੀ, ਉਮਰ ਕੈਦ ਭੁਗਤ ਰਹੇ ਨੇ, ਇਹਨਾਂ ਦੀ ਦੇਣ ਆ। ਇਹ ਹੁਣ ਕਿਹੜੇ ਮੂੰਹ ਨਾਲ ਕਹਿ ਸਕਦੇ? ਕਹਿ ਹੀ ਨਹੀਂ ਸਕਦੇ। ਅਸਲ 'ਚ ਇਹਨਾਂ ਦੀ ਹੁਣ ਗਵਾਚੀ ਹੋਈ ਜਿਹੜੀ ਸ਼ਾਖ ਆ ਪੰਥਕ ਸਫਾਵਾਂ ਵਿੱਚ, ਇਹ ਉਹ ਭਾਲਦੇ ਨੇ, ਆਪਣੇ ਆਪ ਨੂੰ ਰੀਸਟੈਬਲਿਸ਼ ਕਰਨਾ ਚਾਹੁੰਦੇ। ਹੋਣਾ ਨਹੀਂਗਾ। ਹੁਣ ਸਿੱਖ ਇਹਨਾਂ ਨੂੰ ਰਿਜੈਕਟ ਕਰ ਚੁੱਕੇ ਨੇ, ਔਰ ਇਹਨਾਂ ਨੂੰ ਹੁਣ ਆਪ ਹੀ ਆਨਰੇਬਲ ਤਰੀਕੇ ਨਾਲ ਗ੍ਰੇਸਫੁਲੀ ਰਿਟਾਇਰ ਹੋ ਜਾਣਾ ਚਾਹੀਦਾ, ਔਰ ਅਕਾਲੀ ਦਲ ਜਿਹੜਾ ਹੈਗਾ ਉਹ ਇੰਡੀਪੈਂਡੈਂਟ ਹੱਥਾਂ 'ਚ ਜਾਣਾ ਚਾਹੀਦਾ। SGPC ਇੰਡੀਪੈਂਡੈਂਟ ਹੱਥਾਂ 'ਚ ਚਾਹੀਦੀ ਆ। ਅਕਾਲ ਤਖਤ ਸਾਹਿਬ ਦਾ ਜਥੇਦਾਰ ਇੰਡੀਪੈਂਡੈਂਟ ਚਾਹੀਦਾ। ਬੜੇ ਗਲੋਰੀਅਸ ਇੰਸਟੀਟਿਊਸ਼ਨ। ਮਨਪ੍ਰੀਤ ਇਆਲੀ ਨੇ ਵੀ ਮੁਖਾਲਫਤ ਕੀਤੀ ਹੈ, ਕਿਉਂਕਿ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਵੀ VOTING ਹੋਈ। ਹਾਂ, ਮੈਂ ਦੇਖਿਆ, ਅੱਛੀ ਗੱਲ ਕੀਤੀ ਉਹਨੇ ਅਣਖ ਦਿਖਾਈ ਆ, ਚੰਗੀ ਗੱਲ ਕੀਤੀ। ਜਿਹੜੇ ਬਾਕੀ ਦੂਜੇ 2 MLA ਉਹਨਾਂ ਨੂੰ ਵੀ ਕਰਨੀ ਚਾਹੀਦੀ। ਧੰਨਵਾਦ। ਤੇ ਸੁਖਪਾਲ ਸਿੰਘ ਖਹਿਰਾ ਵੱਖ-ਵੱਖ ਮਸਲਿਆਂ ਤੇ ਬੜੇ ਵਿਭਾਗੀ ਨਾਲ ਗੱਲਬਾਤ ਕਰਕੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰੀਕੇ ਦੇ ਹਾਲਾਤ ਨੇ ਇਸ ਵੇਲੇ, ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਚਾਹੀਦਾ ਹੈਗਾ ਕਿ ਉਹ ਆਪਣੇ ਤੌਰ ਤੇ ਵੀ ਫੈਸਲੇ ਲੈਣ। ਨਾਲ ਦੀ ਨਾਲ ਜਿਹੜੀ MSP ਦਾ ਜ਼ਿਕਰ ਲਗਾਤਾਰ ਚੱਲ ਰਿਹਾ, ਕਹਿੰਦੇ ਕਿ ਕਾਂਗਰਸ ਇਸ ਗੱਲ ਦੀ ਮਦਈ ਹੈਗੀ, ਇਸ ਗੱਲ ਦੀ ਸਪੋਰਟ ਕਰਦੀ ਹੈ ਕਿ ਜਿਸ ਤਰੀਕੇ ਨਾਲ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ, ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਸ ਵੇਲੇ ਸਿੱਧੇ ਤੌਰ ਤੇ ਵਿਰੋਧ ਕੀਤਾ ਗਿਆ, ਮੁਖਾਲਫਤ ਕੀਤੀ ਗਈ ਹੈ ਕਿ ਕਮੇਟੀ ਜਿਹੜੀ ਬਣਾਈ ਗਈ ਹੈ ਉਹ ਬਿਲਕੁਲ ਬੋਗਸ ਕਮੇਟੀ ਹੈ ਤੇ ਕਾਂਗਰਸ ਉਸ ਦੀ ਸਪੋਰਟ ਕਰਦੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਜਿਹੜੇ ਮਸਲੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਰੁਖ ਅਖਤਿਆਰ ਕਰਦੇ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।